ਕੀ ਨਵਜੋਤ ਸਿੰਘ ਸਿੱਧੂ ਇਸ ਮੌਕੇ ਦੀ ਤਲਾਸ਼ ਵਿੱਚ ਹੈ ਤੇ ਮੈਨੂੰ ਡਿਪਟੀ ਸੀਐਮ ਜਾਂ ਕੋਈ ਵੀ ਅਹੁਦਾ ਐਲਾਨ ਕਰ ਦਿੱਤਾ ਜਾਵੇ ਤੇ ਮੈਂ ਉਹ ਅਹੁਦਾ ਲੈਣ ਤੋਂ ਇਨਕਾਰ ਕਰਕੇ ਕਾਂਗਰਸ ਛੱਡਣ ਦਾ ਐਲਾਨ ਕਰਦਿਆਂ ਪੰਜਾਬ ਦੇ ਮੁੱਦਿਆਂ ਤੇ, ਕਿਉਂਕਿ ਉਹ ਕਹੂਗਾ ਕਿ ਮੈਂ ਸਦਾ ਪੰਜਾਬ ਲਈ ਸਭ ਅਹੁਦੇ ਛੱਡਿਆ। ਰੰਧਾਵਾ ਜੀ, ਤੁਹਾਡੀ ਰਾਜਨੀਤਿਕ ਸੋਚ ਦੀ ਮੈਂ ਬੜੀ ਦਾਦ ਦਿੰਦਾ। ਹਾਲਾਂਕਿ ਬਹੁਤ ਸਾਰੇ ਨਿਊਜ਼ ਜਾਂ ਜਿਹੜੇ ਪੋਲੀਟੀਕਲ ਐਕਸਪਰਟਸ ਨੇ ਉਹਨਾਂ ਨੇ ਆਪਣੇ ਆਪਣੇ ਵਿਊਜ਼ ਦਿੱਤੇ ਨੇ, ਪਰ ਜਿਸ ਨਜ਼ਰੀਏ ਨਾਲ ਤੁਸੀਂ ਆਪਣੀ ਗੱਲ ਨੂੰ ਬਿਆਨ ਕੀਤਾ ਹੈ ਔਰ ਆਉਣ ਵਾਲੇ ਹਾਲਾਤ ਦੇ ਬਾਰੇ 'ਚ ਜ਼ਿਕਰ ਕੀਤਾ ਹੈ, ਇਹ ਸਭ ਤੋਂ ਜ਼ਿਆਦਾ ਵਿਨ-ਵਿਨ ਸਿਚੁਏਸ਼ਨ ਸਿੱਧੂ ਵਾਸਤੇ ਹੋ ਸਕਦੀ ਹੈ। ਗੁਰਦਾਸ ਮਾਨ ਦੇ ਚਰਚਿਤ ਬੋਲ ਨੇ, ਤੂੰ ਵੀ ਰਹਿ ਗਿਓ ਅਧੂਰਾ ਮੈਂ ਵੀ ਰਹਿ ਗਈ ਅਧੂਰੀ, ਤੇਰੀ ਹੋਰ ਮਜਬੂਰੀ ਮੇਰੀ ਹੋਰ ਮਜਬੂਰੀ, ਰਹਿ ਗਈ ਛੰਨੇ ਵਿੱਚ ਚੂਰੀ ਖੰਡ ਖੀਰ ਬਣ ਕੇ, ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ। ਭਾਸਕਰ ਸਾਹਿਬ ਕੀ ਕਹਿੰਦੇ ਹੋ? ਵੈਲਕਮ। ਬਿਲਕੁਲ ਠੀਕ ਕਹਿ ਰਹੇ ਹੋ ਰੰਧਾਵਾ ਜੀ। ਇਸ ਗਾਣੇ ਦੇ ਵਿੱਚ ਜਿਹੜੀ ਪੰਜਾਬ ਦੀ ਮੌਜੂਦਾ ਸਥਿਤੀ ਹੈ, ਕਰੰਟ ਪੋਲੀਟੀਕਲ ਸਥਿਤੀ, ਉਹਨੂੰ ਬੜਾ ਵਧੀਆ ਤਰੀਕੇ ਨਾਲ ਬਿਆਨ ਕੀਤਾ ਜਾ ਸਕਦਾ ਹੈ। ਲੜਾਈ ਸ਼ੁਰੂ ਹੋਈ ਸੀਗੀ ਬੇਅਦਬੀ ਮੁੱਦਿਆਂ ਦੇ ਉੱਤੇ ਫੈਸਲਾ ਨਾ ਆਉਣ ਕਰਕੇ ਐਲੀਗੇਸ਼ਨ ਲੱਗੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਉੱਤੇ ਕਿ ਬਾਦਲਾਂ ਨਾਲ ਰਲੇ ਹੋਏ ਨੇ। ਉਹ ਸਾਰੀ ਗੱਲਾਂ 3 ਮੈਂਬਰੀਆਂ ਜਿਹੜਾ ਪੈਨਲ ਬਣਾਇਆ ਸੀਗਾ ਉਹ ਕਿਸੇ ਜਗ੍ਹਾ ਵੀ ਹਾਈਲਾਈਟ ਨਹੀਂ ਹੋਈ ਔਰ ਉਹਦੀ ਰਿਪੋਰਟ ਵਿੱਚ ਇਹੀ ਗੱਲ ਲਿਖੀ ਵੀ ਸਿੱਧੂ ਦਾ ਐਲੀਵੇਸ਼ਨ ਕੈਪਟਨ ਸ਼ੁੱਡ ਕੰਟੀਨਿਊ ਔਰ ਐਦਾਂ ਦੀ ਗੱਲਾਂ PPCC ਵਿਲ ਰਿਵੈਂਪ। ਯਾਨੀ ਇਹ ਸਾਰੀ ਗੱਲਾਂ ਦੇ ਵਿੱਚ ਉਹ ਗੱਲਾਂ ਜਿਹੜੀ ਜੜ ਸੀਗੀ, ਜਿਸ ਗੱਲ ਤੇ ਲੜਾਈ ਛਿੜੀ ਸੀਗੀ, ਉਹ ਫਿਰ ਹੀਰ ਹਜੇ ਵੀ ਕੀ ਖਟਿਆ ਮੈਂ ਤੇਰੀ ਹੀਰ ਬਣ ਕੇ। ਇਹ ਮੈਨੂੰ ਲੱਗਦਾ ਕਿ ਭਗਤ ਸਿੰਘ ਉਹਨਾਂ ਵੀ ਕਹਿੰਦੇ ਹੋਣੇ ਆ, ਸੁਖਜਿੰਦਰ ਰੰਧਾਵਾ ਉਹਨਾਂ ਵੀ ਕਹਿੰਦੇ ਹੋਣੇ ਆ, ਬਾਜਵਾ ਉਹਨਾਂ ਜਿਹੜੇ 45 ਦਿਨ ਦਾ ਅਲਟੀਮੇਟਮ ਦੇ ਕੇ ਬੈਠੇ ਸੀਗੇ ਉਹ ਵੀ ਕਹਿੰਦੇ ਹੋਣੇ ਆ ਕਿ ਵੀ ਸਾਡੇ ਮੁੱਦੇ ਜਾਂ ਜਿਨ੍ਹਾਂ ਮੁੱਦਿਆਂ ਤੇ ਆਪਾਂ ਕੈਪਟਨ ਨੂੰ ਘੇਰਨਾ ਸੀਗਾ ਉਹ ਮੁੱਦੇ ਤੇ ਉੱਥੇ ਹੀ ਖੜੇ ਨੇ। ਯਾਨੀ ਕੀ ਬਣਿਆ ਤੇਰੀ ਮੈਂ ਹੀਰ ਬਣ ਕੇ, ਕੀ ਖਟਿਆ ਮੈਂ ਤੇਰੀ ਹੀਰ ਬਣ ਕੇ, ਉਹ ਬਿਲਕੁਲ ਫਿੱਟ ਬੈਠਦਾ ਹੈ ਇਹਨਾਂ ਸਾਰੇ ਆਗੂਆਂ ਵਾਸਤੇ ਜਿਨ੍ਹਾਂ ਨੇ ਸਿੱਧੂ ਦਾ ਸਾਥ ਨਾ ਦਿੰਦੇ ਹੋਏ ਲੜਾਈ ਛੱਡੀ। ਦੋਸਤੋ, ਸਵਾਲ ਬਹੁਤ ਵੱਡਾ ਪੈ ਗਿਆ ਸੀ। ਕਹਿੰਦੇ ਜੀ ਜੇ ਜਾਣਾ ਹੈ ਚੋਣਾਂ 'ਚ ਲੋਕਾਂ ਨੂੰ ਮੂੰਹ ਦਿਖਾਉਣਾ ਹੈ ਤਾਂ ਜਿਹੜੇ 2017 ਤੋਂ ਪਹਿਲਾਂ ਦਮ ਭਰ ਕੇ ਆਏ ਸੀ ਵਾਅਦਿਆਂ ਦਾ ਉਹ ਪੂਰੇ ਕਰਕੇ ਜਾਣੇ ਪੈਣੇ ਆ। 2015 ਤੋਂ 17 ਤੱਕ ਅਕਾਲੀ ਦਲ ਨੇ ਸਰਕਾਰ ਨਹੀਂ ਚਲਾਈ ਸੀ, ਡਰ ਕੇ ਵਕਤ ਲੰਘਾਇਆ ਸੀ ਤੇ 17 ਦੇ ਵਿੱਚ ਮੁੱਦੇ ਮਾਰਤੇ ਲੋਕਾਂ। ਜਦੋਂ ਹੁਣ MLAs ਨੂੰ ਤੇ ਮੰਤਰੀਆਂ ਨੂੰ ਇਹ ਪਤਾ ਲੱਗ ਗਿਆ ਕਿ ਹਾਈ ਕੋਰਟ ਦੀ ਜੱਜਮੈਂਟ ਨੇ ਸਾਡਾ ਵੀ ਮੁੱਦਾ ਮਾਰਤਾ ਔਰ ਉਦੋਂ ਪਤਾ ਲੱਗਿਆ ਕਿ ਜਾਗਣ ਦਾ ਵੇਲਾ ਜਾਗ ਗਏ, ਲੜ ਪਏ, ਰੌਲਾ ਪੈ ਗਿਆ, ਰੌਲਾ ਪੰਚਾਇਤ 'ਚ ਚਲੇ ਗਿਆ, ਘਰ ਦੀ ਘਰ ਨਾ ਨਿਬੇੜੀ, ਪੰਚਾਇਤ ਨੇ ਸੱਦ ਲਏ, ਸੱਦ ਕੇ ਮੁੜ ਕੇ ਕਹਿਤਾ ਸੁਣਦੇ ਵੇਖਦੇ ਆ ਤੇ ਫਿਰ ਜੋ ਨਿਕਲ ਕੇ ਆਇਆ ਕਹਿੰਦੇ ਹਾਈ ਕਮਾਂਡ ਦੇਖ ਲੂ, ਸਿੱਧੂ ਨੂੰ ਵੀ ਦੇਖ ਲੂ, ਬੇਅਦਬੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਦੇਖ ਲੈਣਗੇ। ਉਹ ਤਾਂ ਦੇਖਦੇ ਹੀ ਪਏ ਸੀ। ਹੁਣ ਜਿਹੜੇ ਇਹ ਸੌਦਾ ਬਦਲਣਾ ਚਾਹੁੰਦੇ ਸੀ ਉਹ ਕਿੱਥੇ ਨੇ? ਕਰਨਗੇ ਕੀ? ਰਸਤੇ ਕੀ ਬਚਿਆ? ਪੀੜ੍ਹੀਆਂ ਦੇ ਕਾਂਗਰਸੀ ਨੇ ਛੱਡ ਕਿੱਦਾਂ ਦੇਣਗੇ? ਉਹ ਜਿਹੜੇ ਬੋਲੇ ਨੇ ਪ੍ਰਗਟ ਸਿੰਘ ਕਹਿੰਦੇ ਇਹਨਾਂ ਤੇ ਐਕਸ਼ਨ ਲਿਆ ਜਾਵੇ ਜੀ, ਇਹ ਇਹਨਾਂ ਡਿਸਪਲਿਨ ਭੰਗ ਕਰਤਾ। ਉਹ ਜੇ ਰੌਲਾ ਨਹੀਂ ਪਾਉਣਾ ਕਿਸੇ ਮੁੱਦੇ ਦੇ ਉੱਤੇ, ਮਰਦੇ ਨੇ ਪਾਣੀ ਨਹੀਂ ਮੰਗਣਾ, ਆਪਣੇ ਲੋਕਾਂ ਲਈ ਖਲੋਣਾ ਨਹੀਂ, ਤੇ ਕਾਹਦੀ ਸਿਆਸਤ? ਭਾਸਕਰ ਸਾਹਿਬ, ਹੁਣ ਇਸ ਤੋਂ ਅਗਲੇ ਬੰਨੇ ਕੀ ਆ? ਹੁਣ ਕਹਿੰਦੇ ਫਿਰ ਮੀਟਿੰਗਾਂ ਹੁੰਦੀਆਂ ਫਿਰਦੀਆਂ ਚੰਡੀਗੜ੍ਹ ਦੇ ਗਲਿਆਰਿਆਂ ਦੇ ਵਿੱਚ, ਅਕਸਰ ਸਿਰ ਜੁੜਦੇ ਆ। ਕੀ ਹੋਊਗਾ? ਨਾਲ ਦੀ ਨਾਲ ਨਾਰੇ ਵੀ ਆ ਗਏ। ਇਹਦਾ ਮਤਲਬ ਪ੍ਰਸ਼ਾਂਤ ਕਿਸ਼ੋਰ ਐਕਟਿਵ ਹੋ ਗਏ, ਸਿਆਸਤ ਦੀ ਤਿਆਰੀ ਹੋ ਗਈ, 2022 ਲਈ ਚਿਹਰੇ ਫਾਈਨਲ ਹੋ ਗਏ। ਲੇਕਿਨ ਇਹ ਮੁੱਦੇ ਜਿਉਂ ਦੇ ਤਿਉਂ ਨੇ, ਅਜੇ ਹੋਰ ਭੜਾਕਾ ਪਊ, ਅਜੇ ਹੋਰ ਫੁੱਟ ਪਊ, ਅਜੇ ਹੋਰ ਵਿਰੋਧ ਹੋਣਗੇ। ਕੀ ਸੋਚਦੇ ਹੋ? ਬਿਲਕੁਲ ਰੰਧਾਵਾ ਜੀ, ਹਜੇ ਇਹ ਗੱਲ ਖਤਮ ਨਹੀਂ ਹੋਈ। ਜਿੱਦਾਂ ਕਹਿੰਦੇ ਆ ਨਾ, ਪਿਕਚਰ ਅਭੀ ਬਾਕੀ ਹੈ, ਕਿਉਂਕਿ ਹਾਈਕਮਾਨ ਨੂੰ ਜਿਹੜੀ ਰਿਕਮੈਂਡੇਸ਼ਨ 3 ਮੈਂਬਰੀ ਪੈਨਲ ਨੇ ਕੀਤੀਆਂ ਉਹ ਤੇ ਉਹੀ ਹੈਗੀ ਜਿਹੜੀ ਹੈ ਹਾਈਕਮਾਨ ਦੀ 3 ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਪਹਿਲੇ ਹੀ ਸੇਮ ਸਿਚੁਏਸ਼ਨ ਸੀਗੀ। ਸਿੱਧੂ ਦਾ ਐਲੀਵੇਸ਼ਨ 2019 ਤੋਂ ਡਿਊ ਹੈ ਔਰ ਹਾਈਕਮਾਨ ਨੇ ਵੀ ਕਈ ਵਾਰ ਇੰਡੀਕੇਸ਼ਨ ਦਿੱਤੇ ਨੇ ਕਿ ਸਿੱਧੂ ਦਾ ਐਲੀਵੇਸ਼ਨ ਵਧੀਆ ਪੋਸਟ ਤੇ ਵਧੀਆ ਤਰੀਕੇ ਨਾਲ ਹੋਏਗਾ, ਪਰ ਕੈਪਟਨ ਸਾਹਿਬ ਨੇ ਨਹੀਂ ਚਾਹਿਆ ਤੇ ਨਹੀਂ ਹੋਇਆ। ਅੱਜ ਵੀ ਕੈਪਟਨ ਸਾਹਿਬ ਇਹ ਨਹੀਂ ਚਾਹੁੰਦੇ ਕਿ ਸਿੱਧੂ ਦਾ ਕਿਸੇ ਵੀ ਤਰੀਕੇ ਦਾ ਐਲੀਵੇਸ਼ਨ ਹੋਏ ਔਰ ਸਿੱਧੂ ਦੀ ਗੱਲ ਜਦ ਵੀ ਚੱਲਦੀ ਹੈ ਤੇ ਇੱਥੇ ਤੱਕ ਵੀ ਉਹ ਕਹਿ ਚੁੱਕੇ ਨੇ ਕਿ ਸਿੱਧੂ ਵਾਸਤੇ ਸਾਡੇ ਦਰਵਾਜ਼ੇ ਹਮੇਸ਼ਾ ਵਾਸਤੇ ਬੰਦ ਹੋ ਗਏ। ਹੁਣ ਬੰਦ ਦਰਵਾਜ਼ਿਆਂ ਨੂੰ ਖੋਲਣਾ, ਸਿੱਧੂ ਨੂੰ ਡਿਪਟੀ CM ਬਣਾਉਣਾ, PPCC ਪ੍ਰਧਾਨ ਬਣਾਉਣਾ ਜਾਂ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਉਣਾ, ਇਹ ਸਾਰੀ ਗੱਲਾਂ ਦੇ ਉੱਤੇ
ਜਾਂ ਤੇ ਕੈਪਟਨ ਸਾਹਿਬ ਖੁਦ ਜ਼ੀਰੋ ਹੁੰਦੇ ਨੇ, ਜਾਂ ਫਿਰ ਅਗਰ ਉਹ ਨਹੀਂ ਬਣਾਇਆ ਜਾਂਦਾ ਤੇ ਸਿੱਧੂ ਨੂੰ ਜ਼ੀਰੋ ਕਰਦੇ ਨੇ। ਅੱਗੇ ਆਉਣ ਵਾਲੇ ਟਾਈਮ ਵਿੱਚ ਇਹ ਲੜਾਈ ਕੰਟੀਨਿਊ ਰਹੇਗੀ। ਬਸ ਫਰਕ ਇੰਨਾ ਵੇ ਕਿ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਸੀ, ਜਾਂ ਕਹੀਏ ਜਿਨ੍ਹਾਂ ਨੇ ਸਿੱਧੂ ਦੇ ਮੁੱਦੇ ਤੇ ਨਹੀਂ, ਬੇਅਦਬੀਆਂ ਦੇ ਮੁੱਦੇ ਤੇ ਕੈਪਟਨ ਦੇ ਨਾਲ ਆਪਣੀ ਨਾਰਾਜ਼ਗੀ ਨੂੰ ਉਜਾਗਰ ਕੀਤਾ ਸੀਗਾ, ਉਹਨਾਂ ਨਾਰਾਜ਼ਗੀਆਂ ਦਾ ਕੁਝ ਬਣਨ ਵਾਲਾ ਨਹੀਂ ਲੱਗਦਾ ਜੇ ਅਸੀਂ ਇਸ 3 ਮੈਂਬਰੀ ਕਮੇਟੀ ਦੀ ਰਿਪੋਰਟ ਨੂੰ ਜਿਹੜੀ ਹਾਈਲਾਈਟਸ ਹੋਈ ਹੈ, ਜਿਹੜੀ ਅਖਬਾਰਾਂ ਦੇ ਵਿੱਚ ਛਪੀ ਹੈ, ਉਹਨੂੰ ਦੇਖੀਏ। ਸਵਾਲ ਇਹ ਹੈ ਕਿ ਕਮੇਟੀ ਨੇ ਇਹ ਵੀ ਕਹਿਤਾ ਕਿ ਨਾ ਤਾਂ ਸਿੱਧੂ ਕੈਪਟਨ ਦੇ ਥੱਲੇ ਕੰਮ ਕਰਨ ਨੂੰ ਤਿਆਰ ਆ, ਤੇ ਨਾ ਕੈਪਟਨ ਅਮਰਿੰਦਰ ਸਿੰਘ ਸਿੱਧੂ ਨਾਲ ਕੰਮ ਕਰਨ ਲਈ ਹਾਮੀ ਭਰ ਕੇ ਗਏ, ਨਾ ਉਹ ਹਾਮੀ ਭਰ ਕੇ ਗਏ ਆ ਇਹਨੂੰ ਪੀਪੀਸੀਸੀ ਦਾ ਪ੍ਰਧਾਨ ਮੰਨਦਾ ਮੈਂ। ਫਿਰ ਹੁਣ ਸਿੱਧੂ ਦਾ ਸਵਾਲ ਵੀ ਹੱਲ ਨਾ ਹੋਇਆ, ਲੇਕਿਨ ਜਿਹੜੇ ਮੰਤਰੀਆਂ ਨੇ ਬਰਗਾੜੀ 'ਚ ਜਾ ਕੇ ਮੋਰਚਾ ਉਠਾਤਾ ਸੀ, ਜਿਹੜੇ ਮੰਤਰੀਆਂ ਨੇ ਇਹ ਮਹਿਸੂਸ ਕੀਤਾ ਸੀ ਕਿ ਸਾਡੇ ਦੇ ਉੱਤੇ ਏਡੇ ਵੱਡੇ ਐਲੀਗੇਸ਼ਨ ਨੇ ਕਿ ਇਹ ਸਭ ਵਿਖਾਵਾ ਕਰਦੇ ਗੁਰੂ ਦੇ ਨਾਂ ਤੇ। ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਅੰਮ੍ਰਿਤ ਛਕਿਆ, ਸੁਣਿਆ ਜਦੋਂ ਕਿਤੇ ਗੱਡੀ 'ਚ ਇੱਧਰ ਉੱਧਰ ਬਹਿੰਦਿਆਂ ਆਉਂਦਿਆਂ ਜਾਂਦਿਆਂ ਸੱਜਣ ਮਿੱਤਰੇ ਪੁੱਛਦੇ ਸੀ ਕਿ ਰੰਧਾਵਾ ਸਾਹਿਬ ਇਹ ਦਾਅਵੇ ਤਾਂ ਹੋਰ ਸੀ, ਤੁਸੀਂ ਬਾਦਲਾਂ ਨਾਲ ਵੱਡੀ ਲੜਾਈ ਲੜਨ ਨੂੰ ਫਿਰਦੇ ਸੀ, ਇੱਥੇ ਤਾਂ ਤੁਹਾਨੂੰ ਮੂੰਹ ਦਿਖਾਉਣਾ ਸਭ ਤੋਂ ਔਖਾ ਹੋਊਗਾ ਕਿ ਤੁਸੀਂ ਉਹ ਲੱਗਿਆ ਮੋਰਚਾ ਉਠਾਤਾ। ਜੇ ਮੋਰਚਾ ਲੱਗਿਆ ਰਹਿੰਦਾ, ਸਰਕਾਰ ਤੇ ਪ੍ਰੈਸ਼ਰ ਸੀ, ਇਨਸਾਫ ਦੀ ਉਮੀਦ ਵੱਧ ਸੀ, ਦੋਸ਼ੀ ਤਾਂ ਤੁਸੀਂ ਹੋ ਗਏ। ਕਹਿੰਦੇ ਜੀ ਉਹ ਤਾਂ ਮੁਸ਼ਕਲ 'ਚ ਫਸ ਗਏ ਔਰ ਉਹਨਾਂ ਨੂੰ ਲੱਗਿਆ ਕਿ ਸੱਚੀ ਮੈਂ ਕਿਤੇ ਕਟਹਿਰੇ 'ਚ, ਉਹ ਆਪਣਾ ਰੋਲ ਪਲੇ ਕਰਕੇ ਉਹਨਾਂ ਨੇ ਆਪਣੇ ਤੌਰ ਤੇ ਵਿਰੋਧ ਕਰਕੇ ਬਗਾਵਤ ਕਰਕੇ ਆਪਣੇ ਆਪ ਨੂੰ ਸਾਫ਼ ਕਰ ਲਿਆ। ਹੁਣ ਜੇ ਇੱਥੋਂ ਗੱਲ ਜਿੱਥੋਂ ਤੁਰੀ ਸੀ ਉੱਥੇ ਹੀ ਖੜੀ ਆ, ਉਸ ਸਥਿਤੀ ਦੇ ਵਿੱਚ ਜੇ ਕੈਪਟਨ ਅਮਰਿੰਦਰ ਸਿੰਘ ਨੇ 2022 ਚ ਚਿਹਰਾ ਰਹਿਣਾ, ਜੇ ਬੇਅਦਬੀਆਂ ਦੇ ਮਾਮਲੇ 'ਚ ਇਹਨਾਂ ਲੋਕਾਂ ਨੇ ਕੋਰਟਾਂ 'ਚੋਂ ਰਾਹਤ ਲੈਂਦੇ ਰਹਿਣਾ, ਇਹਨਾਂ ਮਾਮਲਿਆਂ ਦੇ ਵਿੱਚ ਕੁਝ ਵੀ ਨਾ ਬਣਿਆ, ਐਸੀ ਸਥਿਤੀ ਦੇ ਵਿੱਚ ਕਾਂਗਰਸ ਦੇ ਸਾਹਮਣੇ ਵੱਡਾ ਸੰਕਟ ਆ ਕਿ ਕੀ 2017 ਚ ਹਾਲਤ ਜਿਹੜੀ ਅਕਾਲੀ ਦਲ ਦੀ ਬਣੀ ਸੀ ਚੋਣਾਂ 'ਚ ਵੋਟਾਂ 'ਚ, ਇਸ ਵਾਰੀ ਕਾਂਗਰਸ ਨੂੰ ਭੁਗਤਣੀ ਪਊਗੀ। ਤੇ ਜੇ ਦੋਵੇਂ ਹੀ ਧਿਰਾਂ ਅਜੇ ਇਹਨਾਂ ਮਸਲਿਆਂ ਦੇ ਉੱਤੇ ਹਾਸ਼ੀਏ ਤੇ ਚਲੇ ਜਾਂਦੀਆਂ ਨੇ ਤਾਂ ਫਿਰ ਤੀਜੀ ਧਿਰ ਜਿਹੜੀ ਆਮ ਆਦਮੀ ਪਾਰਟੀ ਆ, ਜਿਹੜੇ ਅਜੇ ਪੂਰੀ ਤਿਆਰ ਨਹੀਂ ਲੱਗਦੀ ਕਿ 2022 ਦਾ ਇਲੈਕਸ਼ਨ ਦ੍ਰਿਸ਼ ਧੁੰਦਲਾ ਰਹੂਗਾ, ਕਿਸੇ ਪਾਰਟੀ ਨੂੰ ਬਹੁਮਤ ਮਿਲਣ ਦੀ ਉਮੀਦ ਨਹੀਂ, ਪਹਿਲੀ ਵਾਰੀ ਕੋਲੀਸ਼ਨ ਗਵਰਨਮੈਂਟ ਬਣ ਸਕਦੀ ਹੈ ਪੰਜਾਬ ਦੇ ਵਿੱਚ, ਇਹ ਸਵਾਲ ਪੁੱਛਿਆ ਜਾ ਰਿਹਾ ਇੰਨੀ ਦਿਨ। ਤੁਸੀਂ ਇਸ ਸਾਰੀ ਬਗਾਵਤ ਤੋਂ ਪਹਿਲੇ ਦਾ ਅਗਰ ਪੋਲੀਟੀਕਲ ਸੀਨ ਦੇਖੋ ਪੰਜਾਬ ਦਾ, ਤੇ ਏਦਾਂ ਲੱਗਦਾ ਸੀਗਾ ਵੀ ਕਾਂਗਰਸ ਨੂੰ ਤੇ ਕੇਕ ਵਾਕ ਹੈਗੀ ਹੈ, ਵਾਕ ਓਵਰ ਹੈਗੀ ਹੈ ਜਾਂ ਕੇਕ ਵਾਕ ਹੈਗੀ ਹੈ, ਕਿਉਂਕਿ ਦੂਜਾ ਭਲਵਾਨ ਹੈ ਹੀ ਨਹੀਂ ਮਾਰਕੀਟਿੰਗ। ਅਕਾਲੀ ਦਲ ਹਜੇ ਤੱਕ ਆਪਣੀ ਕੀਤੀ ਹੋਈ ਗਲਤੀਆਂ ਤੋਂ ਉੱਭਰ ਕੇ ਚੋਣਾਂ ਦੇ ਮੈਦਾਨ ਦੇ ਵਿੱਚ ਸਟਰੋਂਗ ਨਹੀਂ ਹੋ ਪਾਇਆ। ਭਾਜਪਾ ਕਿਸਾਨੀ ਸੰਘਰਸ਼ ਦੇ ਮੁੱਦੇ ਤੇ ਜ਼ੀਰੋ ਨਜ਼ਰ ਆਉਂਦੀ ਹੈ, ਆਮ ਆਦਮੀ ਪਾਰਟੀ ਦੀ ਕੋਈ ਸੀਰਤ ਤੇ ਸੂਰਤ ਨਜ਼ਰ ਨਹੀਂ ਆਉਂਦੀ, ਤੇ ਇੱਕ ਕਾਂਗਰਸ ਹੀ ਸੀਗੀ ਜਿਹਨੂੰ ਇਹ ਲੱਗਦਾ ਸੀ ਭਾਵੇਂ ਇਹਨਾਂ ਦੀ ਕਾਰਗੁਜ਼ਾਰੀ 4.5 ਸਾਲ 5 ਸਾਲ ਦੇ ਵਿੱਚ ਕੋਈ ਬਹੁਤੀ ਵਧੀਆ ਨਹੀਂ ਰਹੀ, ਪਰ ਫਿਰ ਵੀ ਟੀਨਾ ਫੈਕਟਰ ਉਹਨਾਂ ਵਾਸਤੇ ਬੜਾ ਵਧੀਆ ਕੰਮ ਕਰ ਰਿਹਾ ਸੀ ਵੀ ਦੇयर इज नो ਅਲਟਰਨੇਟਿਵ, ਤੇ ਲੈ ਦੇ ਕੇ ਕਾਂਗਰਸ ਹੀ ਦੁਬਾਰਾ ਆਏਗੀ। ਪਰ ਇਸ ਬਗਾਵਤ ਤੋਂ ਪਹਿਲੇ ਦੂਜੀ ਗੱਲ ਹੋਰ ਵੀ ਸੀਗੀ ਕਿ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਹਮੇਸ਼ਾ ਤੋਂ ਕੈਪਟਨ ਉਹਨਾਂ ਦੀ ਗੁੱਡ ਬੁੱਕਸ ਵਿੱਚ ਮੰਨੇ ਜਾਂਦੇ ਸੀਗੇ, ਔਰ ਉਹਨਾਂ ਨੂੰ ਜਦ ਮੰਤਰੀ ਵੀ ਬਣਾਇਆ ਸੀਗਾ ਤੇ ਕੈਪਟਨ ਸਾਹਿਬ ਨੇ ਆਪਣੇ ਕੋਟੇ ਤੋਂ ਇੱਕ ਤਰੀਕੇ ਨਾਲ ਬਣਾਇਆ ਸੀਗਾ ਕਿ ਵੀ ਨਹੀਂ ਸੁਖਜਿੰਦਰ ਰੰਧਾਵਾ ਉਹਨਾਂ ਨੂੰ ਤੇ ਮੰਤਰੀ ਬਣਾਉਣਾ ਹੀ ਬਣਾਉਣਾ ਹੈ। ਪਰ ਸੁਖਜਿੰਦਰ ਰੰਧਾਵਾ ਉਹਨਾਂ ਦਾ ਕੈਪਟਨ ਦੇ ਨਾਲ ਮਨਮੁਟਾਵ, ਉਹਨਾਂ ਦਾ ਬਾਗੀ ਹੋਣਾ, ਉਹ ਆਪਣੇ ਆਪ ਵਿੱਚ 2022 ਤੋਂ ਪਹਿਲੇ ਇੱਕ ਵੱਡਾ ਚੈਲੰਜ ਹੋਏਗਾ ਰੰਧਾਵਾ ਵਾਸਤੇ ਵੀ ਔਰ ਦੂਜੇ ਪਾਸੇ ਕੈਪਟਨ ਵਾਸਤੇ ਵੀ, ਕਿਉਂਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸੁਖ ਸਰਕਾਰੀ ਆ ਜੋ ਹਜੇ ਹਫ਼ਤੇ ਪਹਿਲੇ ਤੱਕ ਕੈਪਟਨ ਦੇ ਕੈਂਪ ਵਿੱਚ ਬੋਲਦੇ ਸੀਗੇ ਔਰ ਇਹ ਕਿਹਾ ਜਾਂਦਾ ਸੀਗਾ ਵੀ ਨਹੀਂ ਆਹ ਤੇ ਕੈਪਟਨ ਦੇ ਨਾਲ ਖੜੇ ਨੇ, ਉਹ ਵੀ ਹੁਣ ਬਾਗੀਆਂ ਦੀ ਲਾਈਨ 'ਚ ਲੱਗੇ ਹੋਏ ਨੇ। ਔਰ ਜਿਹੜੇ ਬਾਗੀਆਂ ਨੇ ਸੁਰ ਆਪਣੇ ਤੇਜ਼ ਕੀਤੇ ਸੀਗੇ, ਜਿਨ੍ਹਾਂ ਮੁੱਦਿਆਂ ਤੇ ਉਹਨਾਂ ਨੇ ਬਾਗੀਪਨ ਕੀਤਾ ਸੀਗਾ, ਉਹਨਾਂ ਮੁੱਦਿਆਂ ਦਾ ਜ਼ਿਕਰ ਹਾਈ ਕਮਾਨ ਦੇ ਕੋਲ ਕਿਸੇ ਪਾਸੇ ਨਾ ਹੋਣਾ, ਉਹ ਆਪਣੇ ਆਪ ਵਿੱਚ ਹੀ ਦਰਸਾਉਂਦਾ ਹੈ ਕਿ ਵੀ ਇਹਨਾਂ ਦੇ ਪੱਲੇ ਤੇ ਕੁਝ ਵੀ ਨਹੀਂ ਰਿਹਾ। ਆਪਾਂ ਬਾਗੀ ਦਾ ਇੱਕ ਟੈਗ ਵੀ ਲਵਾ ਲਿਆ ਔਰ ਸਾਡੇ ਮੁੱਦਿਆਂ ਦੀ ਕੋਈ ਜ਼ਿਕਰ ਤੱਕ ਨਹੀਂ, ਕੋਈ ਹਾਈ ਕਮਾਨ ਨੇ ਨੋਟਿਸ ਤੱਕ ਨਹੀਂ ਲਿਆ। ਇਹਨਾਂ ਸਾਰੇ ਮੁੱਦੇ ਦੇ ਉੱਤੇ ਹੁਣ ਜਿਹੜਾ 2022 ਦੇ ਵਿੱਚ ਕਾਂਗਰਸ ਲੋਕਾਂ ਦੇ ਸਾਹਮਣੇ ਜਾਏਗੀ, ਉਹ ਕਿਸੇ ਨਾ ਕਿਸੇ ਜਗ੍ਹਾ ਜਿਹੜਾ ਕੇਕ ਬਣਿਆ ਪਿਆ ਸੀਗਾ, ਵਾਕਓਵਰ ਮਿਲਿਆ ਪਿਆ ਸੀਗਾ, ਹੁਣ ਇੱਕ ਲੜਾਈ ਦਾ ਮੁੱਦਾ ਬਣ ਜਾਣਾ। ਹੁਣ ਹੰਗ ਅਸੈਂਬਲੀ ਦੇ ਵੀ ਚਾਂਸਸ ਬਣ ਸਕਦੇ ਹਨ, ਜਿੱਦਾਂ ਤੁਸੀਂ ਹੁਣੇ ਕਹਿ ਕੇ ਜੀ। ਇੱਕ ਸਵਾਲ ਵੱਡਾ ਉੱਭਰਦਾ ਹੈ ਕਿ ਸਿੱਧੂ ਸਦਾ ਇਹ ਕਹਿ ਕੇ ਆਪਣੀ ਰਾਜਨੀਤੀ ਅੱਗੇ ਵਧਾਉਂਦੇ ਰਹੇ ਆ ਕਿ ਮੈਂ ਤਾਂ ਅਹੁਦੇ ਨੂੰ ਲੱਤ ਮਾਰਤੀ। ਹੁਣ ਜਿਹੜੇ ਹਾਲਾਤ ਬਣੇ ਆ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਜੇ ਅਹੁਦਾ ਗ੍ਰਹਿਣ ਕਰਦੇ ਨੇ ਤੇ ਮੇਰਾ ਖਿਆਲ ਆ ਕਿ ਹੁਣ ਤੱਕ ਦਾ
ਉਹਨਾਂ ਦਾ ਸਿਆਸੀ ਕੈਰੀਅਰ ਦਾਅ ਤੇ ਲੱਗ ਜਾਣਾ ਕਿ ਇਹਦੀ ਬੰਦੇ ਦੀ ਲੜਾਈ ਅਹੁਦਿਆਂ ਤੱਕ ਸੀਗੀ, ਇਹਨੂੰ ਕੋਈ ਨਾ ਕੋਈ ਵੱਡਾ ਮਲਾਈ ਵਾਲਾ ਅਹੁਦਾ ਚਾਹੀਦਾ, ਭਾਵੇਂ ਉਹ ਇਮਾਨਦਾਰ ਵੀ ਸੁਣੀਦਾ। ਦੂਜੀ ਗੱਲ, ਕੀ ਨਵਜੋਤ ਸਿੰਘ ਸਿੱਧੂ ਇਸ ਮੌਕੇ ਦੀ ਤਲਾਸ਼ ਵਿੱਚ ਹੈ ਤੇ ਮੈਨੂੰ ਡਿਪਟੀ ਸੀਐਮ ਜਾਂ ਕੋਈ ਵੀ ਅਹੁਦਾ ਐਲਾਨ ਕਰ ਦਿੱਤਾ ਜਾਵੇ ਤੇ ਮੈਂ ਉਹ ਅਹੁਦਾ ਲੈਣ ਤੋਂ ਇਨਕਾਰ ਕਰਕੇ ਕਾਂਗਰਸ ਛੱਡਣ ਦਾ ਐਲਾਨ ਕਰਦਿਆਂ ਪੰਜਾਬ ਦੇ ਮੁੱਦਿਆਂ ਤੇ, ਕਿਉਂਕਿ ਉਹ ਕਹੂਗਾ ਕਿ ਮੈਂ ਸਦਾ ਪੰਜਾਬ ਲਈ ਸਭ ਅਹੁਦੇ ਛੱਡਿਆ, ਇੱਕ ਵਾਰੀ ਫਿਰ ਜੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਹੀ ਚੱਲਣਾ ਹੈ, ਬੇਅਦਬੀ ਮਾਮਲਿਆਂ ਨੇ ਉਵੇਂ ਹੀ ਐਡਰੈਸ ਹੋਣਾ ਹੈ, ਕਰਪਸ਼ਨ ਨੇ ਉਵੇਂ ਹੀ ਐਡਰੈਸ ਹੋਣਾ ਹੈ, ਮਾਫੀਆ ਨੇ ਉਵੇਂ ਹੀ ਐਡਰੈਸ ਹੋਣਾ ਜਿਵੇਂ ਬਾਦਲਾਂ ਵੇਲੇ ਹੁੰਦਾ ਸੀ, ਤਾਂ ਫਿਰ ਮੇਰੀ ਪੰਜਾਬ ਲਈ ਲੜਾਈ ਇਸ ਪਾਰਟੀ 'ਚ ਸੰਭਵ ਨਹੀਂ। ਮੈਂ ਛੱਡ ਰਿਹਾ ਨਿੱਜ ਲਈ ਨਹੀਂ, ਲੋਕਾਂ ਲਈ ਛੱਡ ਰਿਹਾ। ਤੁਹਾਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਇਸ ਮੌਕੇ ਦੀ ਤਲਾਸ਼ ਵਿੱਚ ਹੈ, ਅਹੁਦਾ ਮਿਲਣ ਤੋਂ ਬਾਅਦ ਉਹ ਕੁਰਬਾਨੀ ਕਰਦਾ ਨਜ਼ਰ ਆਊਗਾ ਤੇ ਇੱਕ ਵਾਰੀ ਫਿਰ ਲੋਕਾਂ 'ਚ ਜਾਣ ਲਈ ਉਹ ਮੁਕੰਮਲ ਨਾਇਕ ਵਜੋਂ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੋਊਗਾ? ਰੰਧਾਵਾ ਜੀ, ਤੁਹਾਡੀ ਰਾਜਨੀਤਿਕ ਸੋਚ ਦੀ ਮੈਂ ਬੜੀ ਦਾਦ ਦਿੰਦਾ। ਹਾਲਾਂਕਿ ਬਹੁਤ ਸਾਰੇ ਨਿਊਜ਼ ਜਾਂ ਜਿਹੜੇ ਇਹ ਪੋਲੀਟੀਕਲ ਐਕਸਪਰਟਸ ਨੇ ਉਹਨਾਂ ਨੇ ਆਪਣੇ ਆਪਣੇ ਵਿਊਜ਼ ਦਿੱਤੇ ਨੇ, ਪਰ ਜਿਸ ਨਜ਼ਰੀਏ ਨਾਲ ਤੁਸੀਂ ਆਪਣੀ ਗੱਲ ਨੂੰ ਬਿਆਨ ਕੀਤਾ ਹੈ ਔਰ ਆਉਣ ਵਾਲੇ ਹਾਲਾਤ ਦੇ ਬਾਰੇ 'ਚ ਜ਼ਿਕਰ ਕੀਤਾ ਹੈ, ਇਹ ਸਭ ਤੋਂ ਜ਼ਿਆਦਾ ਵਿਨ ਸਿਚੁਏਸ਼ਨ ਸਿੱਧੂ ਵਾਸਤੇ ਹੋ ਸਕਦੀ ਹੈ ਕਿ ਸਿੱਧੂ ਨੂੰ ਕੋਈ ਅਹੁਦਾ ਆਫਰ ਹੋਏ, ਭਾਵੇਂ ਉਹ ਕੰਪੇਨ ਕਮੇਟੀ ਦਾ ਚੇਅਰਮੈਨ, ਭਾਵੇਂ ਪੀਪੀਸੀਸੀ ਦਾ ਚੇਅਰਮੈਨ ਜਾਂ ਡਿਪਟੀ ਸੀਐਮ ਦੀ ਪੋਸਟ। ਜੇ ਸਿੱਧੂ ਉਹਨਾਂ ਪੋਸਟਾਂ ਨੂੰ ਜਾਂ ਉਹਨਾਂ ਵਿੱਚੋਂ ਇੱਕ ਵੀ ਪੋਸਟ ਨੂੰ ਐਕਸੈਪਟ ਕਰਦਾ ਹੈ ਤੇ ਤਦ ਵੀ ਉਹਨਾਂ ਦਾ ਜਿਹੜਾ ਰਫੜ ਹੈਗਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਜਿਹੜਾ ਪਿਆ ਹੋਇਆ ਉਹ ਖਤਮ ਤੇ ਹੁੰਦਾ ਨਹੀਂ। ਏਦਾਂ ਦੇ ਹਾਲਾਤ ਵਿੱਚ ਜੇ ਉਸ ਪੋਸਟ ਨੂੰ ਛੱਡ ਕੇ ਸਿੱਧੂ ਕਾਂਗਰਸ ਛੱਡਦੇ ਨੇ ਔਰ ਕਿਸੇ ਵੀ ਪੋਲੀਟੀਕਲ ਪਾਰਟੀ ਜਾਂ ਆਪਣੀ ਪੋਲੀਟੀਕਲ ਪਾਰਟੀ ਬਣਾਉਂਦੇ ਜਾਂ ਕੁਝ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਰਦੇ ਨੇ, ਤੇ ਉਹਨਾਂ ਵਾਸਤੇ ਇਹ ਇੱਕ ਬੜੀ ਕੰਡਿਊਸਿਵ ਸਿਚੁਏਸ਼ਨ ਹੋਏਗੀ। ਔਰ ਇਸ ਸਿਚੁਏਸ਼ਨ ਦੀ ਆਸ ਕੋਈ ਵੀ ਪੋਲੀਟੀਕਲ ਐਕਸਪਰਟ ਹਜੇ ਤੱਕ ਨਹੀਂ ਕੀਤੀ, ਲੇਕਿਨ ਇਹ ਜਿਹੜੀ ਤੁਸੀਂ ਅੱਜ ਗੱਲ ਕਹਿਤੀ ਹੈ ਨਾ, ਇਹਦੀ ਉਮੀਦ ਮੈਨੂੰ ਸਭ ਤੋਂ ਜ਼ਿਆਦਾ ਹੈਗੀ ਹੈ, ਕਿਉਂਕਿ ਅਗਰ ਸਿੱਧੂ ਦਾ ਐਲੀਵੇਸ਼ਨ ਹੁੰਦਾ ਹੈ ਤੇ ਸਿੱਧੂ ਜ਼ੀਰੋ ਹੋ ਜਾਂਦਾ ਹੈ। ਯਾਨੀ ਸਿੱਧੂ ਡਿਪਟੀ ਸੀਐਮ ਦੀ ਪੋਸਟ ਅਗਰ ਐਕਸੈਪਟ ਕਰਦਾ ਹੈ, ਸਿੱਧੂ ਕੋਈ ਵੀ ਵਧੀਆ ਪੋਸਟ ਐਕਸੈਪਟ ਕਰਕੇ ਕੈਪਟਨ ਸਾਹਿਬ ਦੇ ਨਾਲ ਚੱਲਣ ਵਾਸਤੇ ਰਾਜੀ ਹੋ ਜਾਂਦਾ ਹੈ ਤੇ ਸਿੱਧੂ ਜ਼ੀਰੋ ਹੋ ਜਾਂਦਾ ਹੈ। ਦੂਜੇ ਪਾਸੇ ਕੈਪਟਨ ਸਾਹਿਬ ਸਿੱਧੂ ਦਾ ਐਲੀਵੇਸ਼ਨ ਨੂੰ ਐਕਸੈਪਟ ਕਰ ਲੈਂਦੇ ਆ ਪੀਪੀਸੀਸੀ ਚੀਫ ਦੀ ਪੋਸਟ ਤੇ ਜਾਂ ਕਿਸੇ ਹੋਰ ਵੱਡੀ ਪੋਸਟ ਤੇ ਕੈਪਟਨ ਸਾਹਿਬ ਵੀ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ। ਤੇ ਇਹ ਜਿਹੜੀ ਅਣਖ ਦੀ ਲੜਾਈ ਹੈ ਇਹ ਖਤਮ ਏਦਾਂ ਹੀ ਹੋਏਗੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਦੋਨਾਂ ਵਿੱਚੋਂ ਇੱਕ ਕੈਪਟਨ ਸਾਹਿਬ ਕਿਉਂ ਛੱਡਣਗੇ, ਉਹਨਾਂ ਨੂੰ ਤੇ ਮੁੱਖ ਮੰਤਰੀ 2022 ਦੇ ਵਾਸਤੇ ਵੀ ਉਹਨਾਂ ਨੇ ਪ੍ਰੋਜੈਕਟ ਕੀਤਾ। ਔਰ ਜੇ ਕੋਈ ਅੰਦਰ ਖਾਤੇ ਸਮਝੌਤਾ ਹੋਇਆ, ਜੇ ਸਿੱਧੂ ਨੂੰ ਹਾਈਕਮਾਨ ਨੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਪਾਰਟੀ ਦੇ ਵਿੱਚ ਬਣੇ ਰਹੋ, ਤੁਹਾਨੂੰ ਅਸੀਂ 2022 ਦੇ ਵਿੱਚ ਮੁੱਖ ਮੰਤਰੀ ਅਗਰ ਕਾਂਗਰਸ ਆਂਦੀ ਹੈ ਤੇ ਬਣਾਵਾਂਗੇ, ਜਿੱਦਾਂ ਭਜਨ ਲਾਲ ਔਰ ਹੁੱਡਾ ਦੇ ਟਾਈਮ ਹੋਇਆ ਸੀਗਾ ਕਿ ਭਜਨ ਲਾਲ ਦੀ ਅਗਵਾਈ ਦੇ ਵਿੱਚ ਚੋਣਾਂ ਜ਼ਰੂਰ ਲੜੀ ਗਈ ਸੀ ਹਰਿਆਣੇ ਦੇ ਵਿੱਚ, ਪਰ ਮੁੱਖ ਮੰਤਰੀ ਹੁੱਡਾ ਨੂੰ ਬਾਅਦ ਚੋਂ ਬਣਾਇਆ ਗਿਆ ਸੀ। ਏਦਾਂ ਦਾ ਫਾਰਮੂਲਾ ਅਗਰ ਸੀਕ੍ਰੇਟ ਤੌਰ ਤੇ ਬਣਦਾ ਹੈ, ਪਰ ਉਸ ਸੀਕ੍ਰੇਟ ਫਾਰਮੂਲੇ ਦੇ ਬਾਵਜੂਦ ਵੀ ਸਿੱਧੂ ਉਹਨਾਂ ਆਪਣੇ ਉਠਾਏ ਹੋਏ ਮੁੱਦਿਆਂ ਤੇ ਜ਼ੀਰੋ ਹੁੰਦੇ ਹੋਏ ਨਜ਼ਰ ਆਉਣਗੇ। ਇਸ ਕਰਕੇ ਪੋਲੀਟੀਕਲ ਸਿਚੁਏਸ਼ਨ ਸਿੱਧੂ ਦੇ ਐਲੀਵੇਸ਼ਨ ਵਾਸਤੇ ਕੋਈ ਬਹੁਤ ਜ਼ਿਆਦਾ ਕੰਡੀਸ਼ਨ ਨਹੀਂ ਹੈ। ਇੱਕ ਹੋਰ ਸਵਾਲ ਹੈ ਕਿ ਜਦੋਂ ਇਹ ਰਿਪੋਰਟ ਪੇਸ਼ ਕੀਤੀ ਜਾਣੀ ਸੀ ਉਸ ਤੋਂ ਇੱਕ ਦਿਨ ਪਹਿਲਾਂ ਯੂਪੀ ਦੇ ਵਿੱਚ ਇਹਨਾਂ ਦਾ ਪੁਰਾਣਾ ਰਾਹੁਲ ਗਾਂਧੀ ਬ੍ਰਿਗੇਡ ਦਾ ਨੌਜਵਾਨ ਨੇਤਾ ਜਤਨ ਪ੍ਰਸਾਦ ਉਹ ਛੱਡ ਕੇ ਬੀਜੇਪੀ 'ਚ ਚਲੇ ਜਾਂਦਾ। ਹਾਈ ਕਮਾਂਡ ਦੇ ਫੈਸਲੇ ਲੈਣ ਦੀ ਜਿਸ ਤਰ੍ਹਾਂ ਦੀ ਪ੍ਰਕਿਰਿਆ ਸੀਗੀ ਔਰ ਇੰਜ ਲੱਗ ਰਿਹਾ ਸੀ ਕਿ ਪਹਿਲੀ ਵਾਰੀ 5-4 ਸਾਲਾਂ 'ਚ ਕਾਂਗਰਸ ਦੀ ਹਾਈ ਕਮਾਂਡ, ਕਾਂਗਰਸ ਪੰਜਾਬ ਲਈ ਕੋਈ ਸਖਤ ਫੈਸਲਾ ਲੈ ਸਕਦੀ ਆ, ਮਤਲਬ ਫੈਸਲਾ ਕੁਨ ਨੀਤੀ ਤੇ ਹੋ ਸੀਗੀ। ਉਸੇ ਵੇਲੇ ਜਤਨ ਦਾ ਛੱਡ ਕੇ ਚਲੇ ਜਾਣਾ ਉਹਨਾਂ ਨੂੰ ਕਮਜ਼ੋਰ ਕਰ ਗਿਆ। ਸਿੱਧੂ ਔਰ ਕੈਪਟਨ ਦੀ ਲੜਾਈ 'ਚ ਇਹ ਸਮਝ ਆਉਣ ਲੱਗੀ ਕਿ ਇੱਕ ਵਾਰੀ ਦੋਨਾਂ ਦੀ ਸਿਟਿੰਗ ਸੋਨੀਆ ਗਾਂਧੀ ਦੀ ਰਿਹਾਇਸ਼ ਤੇ ਹੋਊਗੀ। ਹੋ ਸਕਦਾ ਪਹਿਲਾਂ ਦੋਨਾਂ ਨੂੰ ਕੱਲਿਆਂ ਮਿਲਿਆ ਜਾਵੇ, ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ, ਉਸ ਤੋਂ ਬਾਅਦ ਸਿੱਧੂ ਨੂੰ ਮਿਲਣ ਸੋਨੀਆ ਤੇ ਰਾਹੁਲ, ਕਿਉਂਕਿ ਪ੍ਰਿਯੰਕਾ ਗਾਂਧੀ ਸ਼ਿਮਲਾ ਵਾਲੇ ਘਰ 'ਚ ਕੁਝ ਦਿਨਾਂ ਲਈ ਚਲੇ ਗਏ ਨੇ। ਸਵਾਲ ਇਹ ਹੈ ਉਸ ਤੋਂ ਬਾਅਦ ਉਹ ਦੋਵਾਂ ਦੀ ਇਕੱਲਿਆਂ ਮੁਲਾਕਾਤ ਤੋਂ ਬਾਅਦ ਇਹਨਾਂ ਨੂੰ ਇਕੱਠਿਆਂ ਬਿਠਾਉਣ ਲਈ ਮਨਾ ਲਿਆ ਜਾਵੇ, ਇਕੱਠਿਆਂ ਬਿਠਾ ਕੇ ਜੱਫੀਆਂ ਪਵਾ ਕੇ ਪਿਓ ਪੁੱਤ ਵਾਂਗ ਤੇ ਫੋਟੋ ਖਿਚਾਤੀ ਜਾਵੇ। ਉਹ ਸਥਿਤੀ ਬਣਨ ਦੀ ਸੰਭਾਵਨਾ ਸੀਗੀ, ਲੇਕਿਨ ਜਿਹੜਾ ਵਾਪਰਿਆ ਉੱਤਰ ਪ੍ਰਦੇਸ਼ ਦੇ ਵਿੱਚ ਜਤਨ ਵਾਲਾ ਮਾਮਲਾ, ਉਸ ਤੋਂ ਬਾਅਦ ਇਹ ਸੋਚਦੇ ਆ ਕਿ ਸਾਨੂੰ ਇੱਕ ਧਿਰੀ ਰੱਖਣੀ ਪੈਣੀ ਆ। ਅਗਲਾ ਸਵਾਲ ਇਹ ਹੈ ਕਿ ਕੀ ਹੁਣ ਕਾਂਗਰਸ ਹਾਈ ਕਮਾਂਡ ਇਸ ਸਥਿਤੀ 'ਚ ਹੈਗੀ ਹੈ ਕਿ ਉਹ ਕਿਸੇ ਵੀ ਪੱਧਰ ਤੇ ਕੈਪਟਨ ਅਮਰਿੰਦਰ ਸਿੰਘ ਔਰ ਦੋਨਾਂ ਨੂੰ ਨਾਰਾਜ਼ ਕਰ ਲਏ ਔਰ ਕਾਂਗਰਸ ਦਾ ਪੰਜਾਬ ਵਿੱਚ ਭੱਠਾ ਬਿਠਾਇਆ ਜਾਵੇ? ਜੇ ਦੋਵੇਂ ਬਹਿ ਜਾਂਦੇ ਆ, ਇਕੱਠੇ ਹੋ ਜਾਂਦੇ ਆ, ਜੱਫੀ ਪਾ ਲੈਂਦੇ ਆ, ਇਸ ਸਥਿਤੀ ਵਿੱਚ
ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੈਰੀਅਰ ਖਤਮ ਹੋ ਜਾਂਦਾ। ਤੁਹਾਨੂੰ ਲੱਗਦਾ? ਬਿਲਕੁਲ ਠੀਕ ਕਹਿ ਰਹੇ ਹੋ। ਇਹ ਗੱਲ ਅਸੀਂ ਬਾਰ-ਬਾਰ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਕਹਿ ਵੀ ਚੁੱਕੇ ਹਾਂ ਕਿ ਜੇ ਕੋਈ ਸਿੱਧੂ ਐਲੀਵੇਸ਼ਨ ਆਪਣੀ ਐਕਸੈਪਟ ਕਰ ਲੈਂਦੇ ਜਾਂ ਡਿਪਟੀ ਸੀਐਮ ਦੀ ਪੋਸਟ ਹੀ ਉਹਨਾਂ ਨੂੰ ਮਿਲ ਜਾਂਦੀ ਹੈ ਜਾਂ ਕੋਈ ਹੋਰ ਵੱਡੀ ਪੋਸਟ ਮਿਲ ਜਾਂਦੀ ਹੈ, ਔਰ ਕੈਪਟਨ ਸਾਹਿਬ ਦੀ ਅਗਵਾਈ ਦੇ ਵਿੱਚ ਉਹਨਾਂ ਮੁੱਦਿਆਂ ਤੇ ਹੱਲ ਕੀਤੇ ਬਗੈਰ, ਖਾਸ ਕਰਕੇ ਜਿਹੜੇ ਬੇਅਦਬੀ ਦੇ ਮੁੱਦੇ ਉਹਨਾਂ ਨੇ ਚੱਕੇ ਸੀਗੇ, ਡਰੱਗ ਇਸ਼ੂ ਚੱਕਿਆ ਸੀਗਾ, ਔਰ ਉਹਨਾਂ ਮੁੱਦਿਆਂ ਦੇ ਉੱਤੇ ਅਗਰ ਕੈਪਟਨ ਸਾਹਿਬ ਕੋਈ ਫੈਸਲਾ ਜਾਂ ਕਿਸੇ ਨਤੀਜੇ ਤੇ ਪਹੁੰਚਣ ਵਿੱਚ ਫੇਲ ਹੁੰਦੇ ਨੇ, ਉਹ ਨਤੀਜਾ ਕੀ ਹੈ? ਸਿੱਧੂ ਉਹਨਾਂ ਦਾ ਨਤੀਜਾ ਤੇ ਇਹੀ ਹੈ ਕਿ ਵੀ ਡਰੱਗ ਮਾਮਲਿਆਂ ਦੇ ਵਿੱਚ ਮਜੀਠੀਆ ਉਹਨਾਂ ਨੂੰ ਫੜੋ, ਔਰ ਦੂਜਾ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਬਾਦਲਾਂ ਦੇ ਖਿਲਾਫ FIR ਦਰਜ ਹੋਈ। ਹੁਣ ਅਗਰ ਇਹ ਨਹੀਂ ਹੁੰਦਾ ਤੇ ਇਹ ਮੰਨਿਆ ਜਾਏਗਾ ਕਿ ਸਿੱਧੂ ਦੇ ਹਿਸਾਬ ਨਾਲ ਇਹਨਾਂ ਦੋਨੋਂ ਮੁੱਦਿਆਂ ਦੇ ਉੱਤੇ ਕੈਪਟਨ ਫੇਲ ਨੇ, ਉਹ ਰਲੇ ਹੋਏ ਨੇ। ਹੁਣ ਇਸ ਐਲੀਗੇਸ਼ਨ ਤੋਂ ਕੈਪਟਨ ਸਾਹਿਬ ਦਾ ਬਚਣਾ ਸਿੱਧੂ ਦੇ ਪਾਰਟੀ ਦੇ ਵਿੱਚ ਹੁੰਦੇ ਹੋਏ ਬੜਾ ਔਖਾ ਹੋਏਗਾ। ਦੂਜੇ ਪਾਸੇ ਕੈਪਟਨ ਆਪਣੇ ਆਪ ਨੂੰ ਕਹਿੰਦੇ ਨੇ ਮੈਂ ਤੇ ਕਦੀ SIT ਦੀ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਵਾਰ ਵੀ ਕਦੀ ਇੰਟਰਫੇਅਰ ਨਹੀਂ ਕੀਤਾ, ਔਰ ਜਿਸ ਤਰ੍ਹਾਂ ਤੁਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਕੀਤਾ ਸੀਗਾ ਕਿ ਤੁਸੀਂ ਮਜੀਠੀਆ ਦੇ ਕਲੋਜ਼ ਮੰਨੇ ਜਾਂਦੇ ਹੋ, ਜਦ ਇੱਕ MP ਨੇ ਉਹਨਾਂ ਨੂੰ ਕਿਹਾ ਤੇ ਨਾਲ ਦੇ ਨਾਲ ਲਾਲੀ ਮਜੀਠੀਆ ਨੂੰ ਸੈੱਟ ਕਰਨ ਦੀ ਗੱਲ ਚੱਲ ਪਈ, ਔਰ ਉਹ ਲਾਲੀ ਮਜੀਠੀਆ ਜੋ ਹਜੇ ਤੱਕ ਬਿਲਕੁਲ ਜ਼ੀਰੋ ਸੀਗਾ। ਯਾਨੀ ਕੈਪਟਨ ਸਾਹਿਬ ਇਹ ਆਪਣੇ ਦਾਗ ਧੋਣ ਵਾਸਤੇ ਕਿ ਵੀ ਮੈਂ ਬਾਦਲਾਂ ਨਾਲ ਰਲੇ ਹੋਇਆ ਕੁਝ ਵੀ ਕਰਨ ਨੂੰ ਤਿਆਰ ਨੇ। ਔਰ ਉਸ ਤੋਂ ਪਹਿਲੇ ਤੁਹਾਨੂੰ ਯਾਦ ਹੋਏਗਾ ਜਦ ਮਜੀਠੀਆ ਸਾਹਿਬ ਦੀ ਇੱਕ ਇਮੇਜ ਖਰਾਬ ਹੋਈ ਸੀ, ਉਸ ਟਾਈਮ ਮਜੀਠੀਆ ਉਹਨਾਂ ਵੀ ਬੜੀ ਕੋਸ਼ਿਸ਼ਾਂ 'ਚ ਲੱਗੇ ਸੀਗੇ ਵੀ ਕਿਸੇ ਤਰੀਕੇ ਨਾਲ ਇਹ ਜਿਹੜੀ ਡਰੱਗ ਦਾ ਭੂਤ ਉਹਨਾਂ ਦੇ ਨਾਲ ਚਿਪੜ ਗਿਆ ਉਹਨੂੰ ਕਿੱਦਾਂ ਆਪਾਂ ਵਾਪਸ ਜਾਂ ਇਹਨੂੰ ਕਿੱਦਾਂ ਲਾ ਸਕਦੇ ਹਾਂ। ਤੇ ਪੋਲਿਟਿਕਸ ਦੇ ਵਿੱਚ ਪਰਸੈਪਸ਼ਨ ਬਹੁਤ ਕੰਮ ਕਰਦੀ ਹੈ, ਔਰ ਇੱਕ ਵਾਰ ਤੁਹਾਡੀ ਕੋਈ ਪਰਸੈਪਸ਼ਨ ਬਣ ਜਾਏ ਤੇ ਉਹਨੂੰ ਲਾਣਾ ਬਹੁਤ ਔਖਾ ਹੁੰਦਾ। ਸਵਾਲ ਠੀਕ ਹੈ, ਲੇਕਿਨ ਪ੍ਰਤਾਪ ਸਿੰਘ ਬਾਜਵਾ ਨੂੰ ਮੈਂ ਲੈ ਕੇ ਕਈ ਵਾਰੀ ਸੋਚਦਾ, ਪ੍ਰਤਾਪ ਸਿੰਘ ਬਾਜਵਾ ਦਿੱਲੀ ਦੇ ਗਲਿਆਰਿਆਂ 'ਚ ਹਾਈ ਕਮਾਂਡ ਜਾਂ ਉਹ ਕਮੇਟੀਆਂ ਦੇ ਵਿੱਚ ਬੜੇ ਸਰਗਰਮ ਰਹਿੰਦੇ ਆ, ਔਰ ਇਸ ਮਾਮਲੇ 'ਚ ਵੀ ਉਹ 3 ਵਾਰੀ ਜਾ ਕੇ ਇਕੱਲੇ ਬੰਦੇ ਸੀ ਜਿਹੜੇ 3 ਵਾਰੀ ਮਿਲੇ, ਇੱਕ ਵਾਰੀ ਦੋਲੋ ਨਾਲ, ਇੱਕ ਵਾਰੀ ਇਕੱਲਿਆਂ, ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਲਣ ਤੋਂ ਬਾਅਦ ਵੀ ਚਲੇ ਗਏ। ਕੀ ਉਹਨਾਂ ਦੀ ਗੱਲ ਕਿਤੇ ਤੁਰੂਗੀ? ਵੈਸੇ ਹਲੇ ਤੱਕ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਜੋ ਕਨਸੋਆਂ ਤੇ ਜੋ ਬਾਹਰ ਆਇਆ, ਕਿਉਂਕਿ ਸਾਡੀ ਤਾਂ ਕਿਸੇ ਨਾਲ ਗੱਲ ਹੋਈ ਨਹੀਂ, ਅਸੀਂ ਤਾਂ ਉਹਨਾਂ ਕਿਆਸ ਰਾਈਆਂ ਦੇ ਉੱਤੇ ਆਧਾਰਿਤ ਹੈ। ਝੂਠ ਬੋਲਣਾ ਚੰਗਾ ਨਹੀਂ ਹੁੰਦਾ ਕਿ ਸਾਡੇ ਸੂਤਰ ਦੱਸਦੇ ਆ, ਕਿਸੇ ਸੂਤਰ ਨੇ ਅੰਦਰੋਂ ਕੁਝ ਨਹੀਂ ਦੱਸਿਆ, ਜੋ ਦੱਸਿਆ ਦੂਜਿਆਂ ਦੇ ਸੂਤਰਾਂ ਨਾਲ ਹੀ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਹਾਨੂੰ ਲੱਗਦਾ ਕਿ ਪ੍ਰਤਾਪ ਸਿੰਘ ਬਾਜਵੇ ਦਾ ਕੋਈ ਜ਼ਿਕਰ ਛਿੜਿਆ ਹੀ ਨਹੀਂ? ਤੇ ਫਿਰ ਉਹ ਤਾਂ ਕਹਿੰਦੇ ਸੀ ਕਿ ਮੈਂ ਤਾਂ ਹੁਣ 2022 ਚ ਲੜਨਾ ਹੀ ਲੜਨਾ, ਅਸੈਂਬਲੀ ਇਲੈਕਸ਼ਨ ਤਾਂ ਮੈਂ ਲੜਨੀ ਆ, ਮੈਂ ਕਾਂਗਰਸ ਹਾਈ ਕਮਾਂਡ ਨੂੰ ਦੱਸ ਚੁੱਕਿਆ। ਰੰਧਾਵਾ ਜੀ, ਜਦ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਤੇ ਅਸੀਂ ਇੱਕੋ ਗੱਲ ਦਾ ਜ਼ਿਕਰ ਕੀਤਾ ਕਿ ਪਿਕਚਰ ਅਭੀ ਬਾਕੀ ਹੈ। ਇਹ ਨਹੀਂ ਹੋਇਆ ਕਿ 3 ਮੈਂਬਰੀ ਕਮੇਟੀ ਨੇ ਆਪਣੇ ਇੱਕ ਪੈਨਲ ਦੀ ਰਿਪੋਰਟ ਹਾਈ ਕਮਾਂਡ ਨੂੰ ਦੇ ਦਿੱਤੀ ਤੇ ਮਸਲੇ ਦਾ ਹੱਲ ਹੋ ਗਿਆ। ਹਜੇ ਤੇ ਮਸਲਾ ਉੱਥੇ ਦਾ ਉੱਥੇ ਹੀ ਖੜਾ ਹੈ। ਹੁਣ ਕੋਈ ਹਾਈ ਕਮਾਂਡ ਦੇ ਥੈਲੇ ਤੋਂ, ਲਿਫਾਫੇ ਤੋਂ ਕੋਈ ਚੀਜ਼ ਨਿਕਲਦੀ ਹੈ, ਭਾਵੇਂ ਉਹ ਸਿੱਧੂ ਵਾਸਤੇ ਹੋਏ, ਭਾਵੇਂ ਉਹ ਬਾਜਵਾ ਵਾਸਤੇ ਹੋਏ, ਭਾਵੇਂ ਉਹ ਪ੍ਰਗਟ ਸਿੰਘ ਵਾਸਤੇ ਹੋਏ, ਜਾਂ ਕੋਈ ਸੁਖਜਿੰਦਰ ਰੰਧਾਵਾ ਵਾਸਤੇ, ਇਹ ਰਫੜ ਉੱਥੇ ਦੇ ਉੱਥੇ ਹੀ ਖੜਾ ਹੋਇਆ ਹੈ। ਇਹ ਗੱਲਾਂ ਉਸ ਕਰਕੇ ਨਹੀਂ ਹੱਲ ਹੋ ਜਾਣੀ ਕਿ ਚਲੋ ਜੀ ਹੁਣ ਸਿੱਧੂ ਨੂੰ ਡਿਪਟੀ ਸੀਐਮ ਬਣਾਤਾ। ਕੀ ਸੁਖਜਿੰਦਰ ਰੰਧਾਵਾ ਉਹਨਾਂ ਨੂੰ ਇਹ ਗੱਲ ਬਰਦਾਸ਼ਤ ਹੋਏਗੀ ਕਿ ਉਹਨਾਂ ਦੇ ਰੇਜ਼ ਕੀਤੇ ਹੋਏ ਮੁੱਦਿਆਂ ਦਾ ਜ਼ਿਕਰ ਤੱਕ ਹਾਈ ਕਮਾਂਡ ਨਾ ਕਰੇ? ਤੇ ਉਹਦਾ ਕੀ ਹੈ? ਔਰ ਦੂਜਾ, ਕਾਫੀ ਸਾਰੇ MLAs ਨੇ ਇਹ ਗੱਲ ਆਬਜੈਕਸ਼ਨ ਰੇਜ਼ ਕੀਤਾ ਕਿ ਵੀ ਨਹੀਂ, ਕੈਪਟਨ ਸਾਹਿਬ ਐਕਸੈਸਿਬਲ ਨਹੀਂ ਹੈਗੇ। ਕੈਪਟਨ ਸਾਹਿਬ ਨੇ ਉਹਦਾ ਇੱਕ ਲਾਈਨਰ ਜਵਾਬ ਦਿੱਤਾ ਕਿ ਵੀ ਕੋਵਿਡ ਕਰਕੇ ਮੈਂ ਕਿਸੇ ਨੂੰ ਵੀ ਨਹੀਂ ਮਿਲਦਾ ਸੀਗਾ। ਹੁਣ ਇਹ ਗੱਲ ਚਲੋ ਇਹ ਕੋਵਿਡ ਦੀ ਆੜ ਦੇ ਵਿੱਚ ਤੇ ਆਪਾਂ ਕਹਿ ਸਕਦੇ ਵੀ ਵਾਕਈ ਮੁੱਖ ਮੰਤਰੀ ਦਾ ਇੱਕ ਫਾਰਮ ਹਾਊਸ ਦੇ ਵਿੱਚ ਰਹਿਣਾ ਮਜਬੂਰੀ ਸੀ ਉਹਨਾਂ ਦੀ ਕਿ ਕੋਵਿਡ ਬਾਹਰ ਫੈਲਿਆ ਹੋਇਆ ਸੀਗਾ। ਪਰ ਹੋਰ ਸਾਰੇ ਮੁੱਦਿਆਂ ਦਾ ਜਦ ਤੱਕ ਹੱਲ ਨਹੀਂ ਹੁੰਦਾ, ਇਹ ਕਾਂਗਰਸ ਨੇ ਆਪਣੇ ਵਾਸਤੇ ਇੱਕ ਮੁਸੀਬਤ ਜੀ ਖੜੀ ਕਰ ਲਈ ਹੈ। ਔਰ ਅਗਰ ਇਹਨਾਂ ਮਸਲਿਆਂ ਦਾ ਹੱਲ ਕੀਤੇ ਬਗੈਰ ਸ਼ਾਂਤੀ ਨੂੰ, ਪੀਸ ਨੂੰ ਬਾਈ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹ ਸਾਰੀ ਕੋਸ਼ਿਸ਼ਾਂ ਨਾਕਾਮਯਾਬ ਹੀ ਹੋਣਗੀਆਂ। ਇੱਕ ਆਖਰੀ ਗੱਲ ਜਿਹੜੀ ਮੈਨੂੰ ਲੱਗਦੀ ਹੈ ਉਹ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੇ ਟਕਰਾਅ 'ਚ ਆਉਣ ਤੋਂ ਬਾਅਦ ਜੇਕਰ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ, ਜਿਹਨੂੰ ਦਲਿਤ ਪੱਤਾ ਕਹਿੰਦੇ, ਮੈਂ ਤਾਂ ਇਹ ਸ਼ਬਦ ਨੂੰ ਵਰਤਣਾ ਨਹੀਂ ਚਾਹੁੰਦਾ ਹੁੰਦਾ, ਜੇ ਉਹ ਪੱਤਾ ਖੇਡਦਿਆਂ ਕੋਈ ਡਿਪਟੀ CM ਦੀ ਅਨਾਉਂਸਮੈਂਟ ਹੋ ਜਾਂਦੀ ਹੈ ਚੰਨੀ ਦੀ ਬਜਾਏ ਕਿਸੇ ਹੋਰ ਦੀ, ਤੇ ਫਿਰ ਇਸ ਲੜਾਈ ਦੇ ਵਿੱਚੋਂ ਤਾਂ ਚੰਨੀ ਨੇ ਵੀ ਕੁਝ ਨਾ ਖੱਟਿਆ। ਹਾਲ ਤਾਂ ਉੱਥੇ ਵੀ ਕਿ ਨਾ ਤੇਰੇ ਪੱਲੇ ਕੁਛ, ਨਾ ਮੇਰੇ ਪੱਲੇ ਕੁਛ। ਕੀ ਖਟਿਆ ਤੇਰੀ ਹੀਰ ਬਣ ਕੇ, ਜਿੱਥੇ ਗੱਲ ਸ਼ੁਰੂ ਕੀਤੀ ਸੀ ਆਪਾਂ, ਉੱਥੇ ਆ ਜਾਂਦਾ। ਜੇ ਆਪਾਂ ਚੰਨੀ ਉਹਨਾਂ ਨੂੰ ਕੋਈ ਐਲੀਵੇਸ਼ਨ ਨਹੀਂ ਮਿਲਦਾ ਤੇ ਉਹ ਵੀ ਕਹਿਣਗੇ ਕਿ ਮੈਂ ਕੀ ਖਟਿਆ ਤੇਰੀ ਹੀਰ ਬਣ ਕੇ। ਜੇ ਸੁਖਜਿੰਦਰ ਰੰਧਾਵਾ ਵੀ ਨਾਤੇ ਤੋਂ ਰਹਿ ਜਾਂਦੇ ਆ, ਉਹ ਵੀ ਤੇ ਇਹੀ ਕਹਿਣਗੇ ਕੀ ਖਟਿਆ ਮੈਂ ਤੇਰੀ ਹੀਰ ਬਣ ਕੇ। ਸਿੱਧੂ ਹੋਣਾ ਅਗਰ ਐਲੀਵੇਸ਼ਨ ਆਪਣੀ ਕਰਾ ਜਾਂਦੇ ਆ ਔਰ ਐਕਸੈਪਟ ਕਰ ਜਾਂਦੇ ਆ
ਤੇ ਉਹ ਵੀ ਕਿਸੇ ਜਗ੍ਹਾ ਪੋਲਿਟਿਕਸ ਦੇ ਵਿੱਚ, ਖਾਸ ਕਰਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹਨਾਂ ਦਾ ਜਿਹੜਾ ਦਬਕਾ ਕਹਿ ਲਓ ਜਾਂ ਉਹਨਾਂ ਦੀ ਜਿਹੜੀ ਇਮੇਜ ਕਹਿ ਲਓ, ਪਰਸੈਪਸ਼ਨ ਕਹਿ ਲਓ, ਉਹ ਵੀ ਮਾੜੀ ਹੋ ਜਾਂਦੀ ਹੈ। ਯਾਨੀ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ, ਇਹਦੇ ਵਿੱਚ ਕੌਣ ਹਾਰੇਗਾ ਕੌਣ ਜਿੱਤੇਗਾ ਇਹ ਤੇ ਨਹੀਂ ਪਤਾ, ਪਰ ਫਿਲਹਾਲ ਕਾਂਗਰਸ ਜ਼ਰੂਰ ਪੂਰੇ ਇਸ ਐਪੀਸੋਡ ਦੇ ਵਿੱਚ ਹਾਰੇਗੀ। ਬੜਾ ਚੰਗਾ ਹੁੰਦਾ, ਲੋਕ ਸੋਚਦੇ ਆ, ਕਿਉਂਕਿ ਸਾਨੂੰ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਨਾਲ ਕੋਈ ਕੰਸਰਨ ਨਹੀਂ, ਕੋਈ ਸਰੋਕਾਰ ਨਹੀਂ। ਸਾਡੇ ਲਈ ਤਾਂ ਏਜੰਡਾ ਹੁੰਦਾ ਹੈ ਮੁਲਾਂਕਣ ਦਾ, ਵਿਆਖਿਆ ਦਾ, ਸਮੀਖਿਆ ਦਾ, ਉਹਨੂੰ ਲੈ ਕੇ ਬਹਿੰਦੇ ਆ। ਪਰ ਸਿਆਣੇ ਕਹਿੰਦੇ ਆ ਵੀ ਘਰ ਦੀ ਘਰ ਚ ਨਿਬੇੜ ਲੋ ਚੰਗਾ ਹੁੰਦਾ। ਜੇ ਕੈਪਟਨ ਅਮਰਿੰਦਰ ਸਿੰਘ ਪਹਿਲ ਕਰਕੇ ਇਹਨਾਂ ਰੁੱਸਿਆਂ ਹੋਇਆਂ ਨਾਲ ਬਹਿ ਕੇ ਉਹਨਾਂ ਨੂੰ ਸਮਝਾ ਲੈਂਦੇ ਕਿ ਆਓ ਮੇਰੇ ਨਾਲ ਹੀ ਬਹਿ ਜਾਓ, ਜਿਹੜੀ ਕਾਰਵਾਈ ਚਾਹੁੰਦੇ ਹੋ, ਬੇਅਦਬੀ ਮਾਮਲਿਆਂ 'ਚ ਮੈਂ ਵੀ ਗੁਰੂ ਨੂੰ ਓਨਾ ਹੀ ਪਿਆਰ ਕਰਦਾ ਹਾਂ, ਜਿੱਦਾਂ ਕਹਿੰਦੇ ਉਦਾਂ ਕਰ ਲੈਂਦੇ ਆ। ਉਹ ਈਗੋ ਛੱਡੀ ਨਹੀਂ, ਉਹਨਾਂ ਨੂੰ ਲੱਗਿਆ ਕਿ ਇੰਨਾ ਪਾਵਰਫੁਲ ਬੰਦਾ ਮੈਂ। ਲੜਾਈ ਦਿੱਲੀ ਤੱਕ ਪਹੁੰਚ ਗਈ, ਦਿੱਲੀੋਂ ਫਿਰ ਮੁੜਦੀ ਪੰਜਾਬ ਨੂੰ। ਗੱਲ ਤਾਂ ਘਰ 'ਚ ਹੀ ਮੁੱਕਣੀ ਸੀ। ਹੁਣ ਗੱਲ ਮੁੱਕ ਵੀ ਜਾਵੇ ਤਾਂ ਲੋਕਾਂ ਦੇ ਮਨਾਂ 'ਚੋਂ ਨਹੀਂ ਮੁੱਕਣੀ ਕਿ ਇਹ ਸਾਰੇ ਹੀ ਅਹੁਦਿਆਂ ਨਾਲ ਚਿੰਬੜੇ ਆ, ਸੁਹਿਰਦ ਨਹੀਂ। ਸੁਖਜਿੰਦਰ ਸਿੰਘ ਰੰਧਾਵਾ ਦਾ ਮੁੱਦਾ ਠੀਕ ਸੀ ਕਿ ਮੈਂ ਤਾਂ ਕੁਝ ਲੈਣਾ ਦੇਣਾ ਨਹੀਂ, ਮੇਰਾ ਤਾਂ ਏਜੰਡਾ ਸਾਫ਼ ਹੈ। ਲੋਕਾਂ ਨਾਲ ਪ੍ਰੋਮਿਸ ਕਰਕੇ ਆਏ ਸੀ ਬਰਗਾੜੀ 'ਚ, ਅਸੀਂ ਮੂੰਹ ਦਿਖਾਉਣ ਜੋਗੇ ਨਹੀਂ, ਜੇ ਹੱਲ ਨਹੀਂ ਹੁੰਦਾ ਕਿਹੜੇ ਖੂਹ 'ਚ ਪਈਏ। ਲੇਕਿਨ ਅਖੀਰ ਦੇ ਵਿੱਚ ਦਿੱਲੀ ਵਾਲਿਆਂ ਨੂੰ ਕੀ, ਤੁਹਾਡੇ ਜਜ਼ਬਾਤ ਕੀ ਨੇ? ਇਹ ਉਹੀ ਦਿੱਲੀ ਹੈ, ਇਹ ਉਹੀ ਕਾਂਗਰਸ ਇੰਦਰਾ ਵਾਲੀ ਜਿਹਦੇ ਵਿੱਚ ਦਰਬਾਰ ਸਾਹਿਬ ਨਾਲ ਸੰਬੰਧਿਤ ਸਖਤ ਫੈਸਲੇ ਲੈ ਲਏ ਗਏ, ਸਿੱਖ ਹਿਰਦੇ ਬੜੀ ਦੇਰ ਵਲੂੰਦਰੇ ਰਹੇ। ਪੰਜਾਬ ਦੇ ਕਲਚਰ ਦੇ ਵਿੱਚੋਂ ਇਹ ਚੀਜ਼ਾਂ ਜਾਂਦੀਆਂ ਨਹੀਂ। ਅਸੀਂ ਇੱਥੇ ਭਾਈਚਾਰਿਆਂ 'ਚ ਬੱਝੇ ਆ, ਕਿਸੇ ਨੂੰ ਟੱਚ ਵੀ ਨਹੀਂ ਕਰਦੇ। ਉਹਦੇ ਸ਼ਰਧਾ ਆਸਥਾ ਦੇ ਨਜ਼ਰੀਏ ਤੋਂ ਇੱਕ ਦੂਜੇ ਨੂੰ ਪੂਰੀ ਆਜ਼ਾਦੀ ਰਹੀ ਆ। ਲੇਕਿਨ ਉਮੀਦ ਅਸੀਂ ਕਰਦੇ ਹਾਂ ਬਾਹਰਲਿਆਂ ਤੋਂ, ਜਿਨ੍ਹਾਂ ਨੂੰ ਸਾਡੇ ਕੰਸਰਨ, ਸਾਡੇ ਸਰੋਕਾਰਾਂ ਨਾਲ ਕੋਈ ਲੈਣਾ ਦੇਣਾ ਨਹੀਂ। ਚਲੋ ਖੈਰ, ਚੁਣ ਕੇ ਅਸੀਂ ਭੇਜਦੇ ਹਾਂ, ਫੈਸਲੇ ਬਾਹਰੋਂ ਲੈਣ ਚਲੇ ਜਾਂਦੇ ਆ। ਇਹ ਦੁੱਖ ਤਾਂ ਖਾਂਦਾ ਵੱਡ ਵੱਡ, ਪਰ ਕਦੇ ਦੁੱਖ ਦੇ ਹੱਲ ਵੀ ਹੁੰਦੇ ਆ, ਕਦੇ ਤਾਂ ਚੋਣ ਸਹੀ ਕਰਨ ਜੋਗੇ ਹੋ ਜਾਣਗੇ। ਅਜੇ ਤਾਂ ਉਂਗਲ ਆਪਣੇ ਵੱਲ ਉੱਠਦੀ ਆ ਕਿ ਵੋਟਾਂ ਦੇ ਵਿੱਚ ਅਸੀਂ ਧੜਿਆਂ 'ਚ ਵੰਡੇ ਜਾਂਦੇ ਆ ਤੇ ਬਾਅਦ ਦੇ ਵਿੱਚ ਅਸੀਂ ਸੋਚਦੇ ਆ ਇਹ ਕੁਝ ਕਰਦੇ ਨਹੀਂ। ਫੈਸਲੇ ਤਾਂ ਅਸੀਂ ਲੈਨੇ ਆ ਚੁਣਨ ਦੇ। ਸੋ ਮੈਨੂੰ ਲੱਗਦਾ ਭਾਸਕਰ ਸਾਹਿਬ ਅੱਜ ਲਈ ਕਾਫੀ ਇੰਨਾ ਹੀ। ਕੱਲ ਫਿਰ ਕਿਸੇ ਨਵੇਂ ਮਸਲੇ ਤੇ ਇਕੱਠੇ ਹੋਵਾਂਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।